start from specific prophylactic measures. Diseases ਵਾਸਤੇ ਜੋ specific ਨੇ ਪਹਿਲਾਂ ਵਾਲੇ ਜਨਰਲ ਸੀਗੇ ਤੇ ਇੱਥੇ ਹੁਣ ਆਪਾਂ ਸਟਾਰਟ ਕਰਾਂਗੇ ਵੈਕਸੀਨੇਸ਼ਨ ਐਂਡ ਇਮਿਊਨਾਈਜੇਸ਼ਨ। ਸੋ ਪਹਿਲਾਂ ਆਪਾਂ ਜਨਰਲ ਮੈਥਡਸ ਕੀਤੇ ਸੀਗੇ ਟ੍ਰੀਟਮੈਂਟ ਦੇ ਜਾਂ ਸੌਰੀ ਪ੍ਰੀਵੈਂਸ਼ਨ ਦੇ ਡਿਜ਼ੀਜ਼ਸ ਨੂੰ ਉਸ ਤੋਂ ਬਚਾ ਕਿਵੇਂ ਕਰਨਾ ਆਪਾਂ ਬਿਮਾਰੀਆਂ ਤੋਂ। ਨਾਓ ਸੈਕਿੰਡ ਪਾਰਟ ਹੈਗਾ ਸਪੈਸੀਫਿਕਲੀ ਅਲੱਗ-ਅਲੱਗ ਡਿਜ਼ੀਜ਼ਸ ਵਾਸਤੇ ਕੀ ਥੈਰੇਪੀਜ਼ ਨੇ ਕੀ ਪ੍ਰੀਵੈਂਟਿਵ ਮੈਜਰਸ ਨੇ ਉਹ ਆਪਾਂ ਗੱਲ ਕਰਾਂਗੇ। ਸੋ ਨਾਓ there are two ways of treatment of infectious diseases। ਦੋ ਤਰੀਕੇ ਨੇ infectious diseases ਨੂੰ treat ਕਰਨ ਦੇ ਠੀਕ ਕਰਨ ਦੇ। First is symptom directed treatment। ਪਹਿਲਾਂ ਆਪਾਂ symptoms ਨੂੰ ਠੀਕ ਕਰਕੇ ਤਾਂ ਆਪਾਂ in all ਬਿਮਾਰੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। Second is pathogen directed treatment। ਸਿੱਧਾ ਹੀ ਜੋ causative agent ਹੈ ਜਿਸ ਕਰਕੇ ਬਿਮਾਰੀ ਹੋਈ ਹੈ ਉਸਨੂੰ kill ਕਰਨ ਦੀ ਜਾਂ ਉਸਨੂੰ ਆਪਣੇ ਰਸਤੇ ਚੋਂ ਹਟਾਉਣ ਦੀ ਜਾਂ ਆਪਣੇ ਬੋਡੀ ਦੇ ਸਿਸਟਮ 'ਚ ਇੰਟਰਫੇਅਰ ਕਰਨ ਤੋਂ ਰੋਕਾਂਗੇ। ਸੋ ਆਪਾਂ ਫਸਟ ਬਾਰੇ ਗੱਲ ਕਰਦੇ ਹਾਂ symptom directed treatment। This treatment is directed to reduce the effects of the diseases which are generally due to inflammation of certain body tissues। So ਇਹ ਵਾਲਾ ਜਿਹੜਾ symptom directed treatment ਹੈਗਾ ਪਹਿਲਾਂ ਜੋ ਆਪਣੀ ਕਿਸੇ ਬਿਮਾਰੀ ਦੇ ਕਾਰਨ ਆਪਣੀ ਬੋਡੀ ਤੇ ਜੋ ਬੁਰਾ ਅਸਰ ਹੈ ਜੋ ਇਫੈਕਟ ਪੈ ਰਿਹਾ ਆਪਣੀ ਬੋਡੀ ਤੇ ਕਿਸੇ ਪਾਰਟਿਕੂਲਰ ਬਿਮਾਰੀ ਦੇ ਕਾਰਨ ਉਸਨੂੰ ਆਪਾਂ ਘਟਾਉਣ ਦੀ ਕੋਸ਼ਿਸ਼ ਕਰਾਂਗੇ। ਸਪੈਸੀਫਿਕਲੀ ਜਿਹੜਾ ਜਾਂ ਤਾਂ ਇਨਫਲੇਮੇਸ਼ਨ ਬੋਡੀ ਦੇ ਵਿੱਚ ਇਨਫਲੇਮੇਸ਼ਨ ਹੋਣ ਕਰਕੇ ਕੁਝ ਟਿਸ਼ੂਜ਼ ਦੇ ਇਨਫਲੇਮੇਸ਼ਨ ਹੋਣ ਕਰਕੇ ਹੁੰਦਾ ਜਿਵੇਂ ਕਿ ਫੀਵਰ ਪੇਨ ਸਨੀਜ਼ਿੰਗ ਵੋਮਿਟਿੰਗ ਲੂਜ਼ ਮੋਸ਼ਨਸ। ਸੋ ਇਹ ਜਿਹੜੇ ਸਿੰਪਟਮ ਇਹ ਜਿਹੜੇ ਕਰੈਕਟਰਿਸਟਿਕਸ ਨੇ ਇਨਫਲੇਮੇਸ਼ਨ ਦੇ ਆਪਾਂ ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ। ਦਰਦ ਨੂੰ ਬੁਖਾਰ ਨੂੰ ਵੋਮਿਟਿੰਗ ਆ ਰਹੀ ਹੈ ਇਹ ਸਾਰੀ ਚੀਜ਼ਾਂ ਨੂੰ ਆਪਾਂ ਘਟਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਇਹ ਹੈ ਸਿੰਪਟਮ ਡਾਇਰੈਕਟਡ ਟ੍ਰੀਟਮੈਂਟ ਯਾਨੀ ਕਿ ਇਨਫਲੇਮੇਸ਼ਨ ਹੋਈ ਹੈ ਆਪਾਂ ਡਾਇਰੈਕਟਲੀ ਇਨਫਲੇਮੇਸ਼ਨ ਨੂੰ ਨਹੀਂ ਖਤਮ ਕਰਾਂਗੇ। ਇਨਫਲੇਮੇਸ਼ਨ ਦੇ ਅੱਗੇ ਕੀ ਕੀ ਹੈ ਵੀ ਕੀ ਕੀ ਇਫੈਕਟ ਪਾ ਰਿਹਾ ਇਨਫਲੇਮੇਸ਼ਨ ਹੋਣ ਕਰਕੇ ਉਹਨੂੰ ਆਪਾਂ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। It involves taking of medicines like antihistamine। So medicines ਜਿਵੇਂ ਕਿ antihistamine ਜਿਹੜੀ ਹੈ ਉਹ inflammatory reactions ਨੂੰ reduce ਕਰਦੀ ਹੈ ਘਟਾਉਂਦੀ ਹੈ because inflammation ਜਿਹੜੀ ਹੈ ਉਹ ਕਿਸ ਦੇ ਕਰਕੇ ਹੁੰਦੀ ਹੈ ਹਿਸਟਾਮਿਨ ਦੇ ਕਰਕੇ ਹੁੰਦੀ ਹੈ। ਸੋ antihistamine medicines ਦੇਵਾਂਗੇ ਤਾਂ ਕਿ ਇਨਫਲੇਮੇਸ਼ਨ ਰਿਡਿਊਸ ਹੋ ਸਕੇ ਜਾਂ ਉਹਦੇ ਜਿਹੜੇ ਕਰੈਕਟਰਿਸਟਿਕਸ ਨੇ ਉਹ ਘਟ ਸਕਣ ਜਿਵੇਂ ਪੇਨ ਫੀਵਰ ਵਗੈਰਾ। ਸੈਕੰਡ ਇਜ਼ ਐਂਟੀਪਾਇਰੇਟਿਕਸ ਇਹਦੇ ਨਾਲ ਪੇਨ ਘਟੂਗੀ ਲਾਈਕ ਐਸਪਿਰਿਨ ਕਰੋਸਿਨ ਐਟਸੈਟਰਾ। ਇਹਦੇ ਨਾਲ ਫੀਵਰ ਵੀ ਘਟ ਜੂਗਾ ਟੂ ਕੁਇਕਲੀ ਬ੍ਰੇਕ ਡਾਊਨ ਦ ਟੈਂਪਰੇਚਰ। ਨੈਕਸਟ ਇਜ਼ ਐਨਲਜੈਸਿਕਸ ਜਿਹੜਾ ਕਿ ਪੇਨ ਘਟਾਏਗਾ। ਸੋ ਆਪਾਂ ਤਿੰਨ ਦੀ ਗੱਲ ਕੀਤੀ ਹੈ ਐਂਟੀਹਿਸਟਾਮਿਨ ਐਂਟੀਪਾਇਰੇਟਿਕਸ ਤੇ ਐਨਲਜੈਸਿਕਸ। ਓਕੇ ਸੋ ਆਪਾਂ ਗੱਲ ਕਰ ਰਹੇ ਹਾਂ ਵੈਕਸੀਨੇਸ਼ਨ ਐਂਡ ਇਮਿਊਨਾਈਜੇਸ਼ਨ ਦੀ। ਇਹ ਸੈਕਿੰਡ ਪਾਰਟ ਹੈਗਾ ਪ੍ਰੋਫਾਈਲੈਕਸਿਸ ਦਾ ਰਾਈਟ। ਇਹਦੇ ਅੰਦਰ ਦੋ ਟਾਈਪਸ ਨੇ ਦੋ ਤਰੀਕੇ ਨੇ ਇਨਫੈਕਸ਼ੀਅਸ ਡਿਜ਼ੀਜ਼ਸ ਨੂੰ ਟ੍ਰੀਟ ਕਰਨ ਦੇ which are symptom directed treatment and second one is pathogen directed treatment। right ਸੋ ਇਸ ਦੇ ਅੰਦਰ symptom directed ਦੇ ਅੰਦਰ ਆਂਦਾ ਹੈ ਕਿ here we treat ਆਪਾਂ diseases ਦੇ effect ਨੂੰ treat ਕਰਦੇ ਹਾਂ not exactly the disease। ਜੋ ਬਿਮਾਰੀ ਹੈ ਉਸਨੂੰ ਸਿੱਧੇ ਤੌਰ ਤੇ ਨਹੀਂ ਠੀਕ ਕਰਦੇ
ਉਹਦੇ ਅੱਗੋਂ ਦੀ ਕੀ ਸਿੰਪਟਮਸ ਨੇ, ਉਹਦੇ ਇਫੈਕਟਸ ਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਫॉर एग्जांपल ਆਪਾਂ ਲੈ ਸਕਦੇ ਹਾਂ ਇਨਫਲੇਮੇਸ਼ਨ। ਇਨਫਲੇਮੇਸ਼ਨ ਦੇ ਜੋ ਕੈਰੈਕਟਰਿਸਟਿਕਸ ਨੇ, ਇਨਫਲੇਮੇਸ਼ਨ ਦੇ ਅੱਗੋਂ ਕੈਰੈਕਟਰਿਸਟਿਕਸ ਨੇ ਫੀਵਰ, पेन, sneezing, vomiting and loose motions, redness of skin। ठीक है, ਸੋ ਇਹ ਇਨਫਲੇਮੇਸ਼ਨ ਦੇ ਕਰੈਕਟਰਿਸਟਿਕਸ ਨੇ। ਆਪਾਂ ਇਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹਦੇ ਵਿੱਚ ਆਪਾਂ ਕੀ ਕਰਾਂਗੇ, ਕਿਹੜੀ ਮੈਡੀਸਿਨਸ ਲੈਣ ਦੀ ਕੋਸ਼ਿਸ਼ ਕਰਾਂਗੇ। ਮੈਡੀਸਿਨਸ ਲਵਾਂਗੇ ਵਿਚ ਆਰ, ਤਿੰਨ ਤਰ੍ਹਾਂ ਦੀ ਮੈਡੀਸਿਨਸ ਦੀ ਗੱਲ ਕੀਤੀ ਆਪਾਂ। ਫਸਟ ਇਜ਼ ਐਂਟੀਹਿਸਟਾਮਿਨ, second is antipyretics, and third is analgesics। right, ਹੁਣ ਐਂਟੀਹਿਸਟਾਮਿਨ ਦੇ ਵਿੱਚ ਕੀ ਆਂਦਾ ਹੈ, ਇਨਫਲੇਮੇਟਰੀ ਰਿਐਕਸ਼ਨਸ ਨੂੰ, ਜਿਹੜੇ ਰਿਐਕਸ਼ਨਸ ਇਨਫਲੇਮੇਟਰੀ ਹੁੰਦੇ ਉਹਨਾਂ ਨੂੰ ਸਟਾਪ ਕਰਦਾ ਹੈ। ਕਿਉਂਕਿ ਇਨਫਲੇਮੇਸ਼ਨ ਦਾ ਕਾਰਨ ਕੀ ਹੁੰਦਾ ਹੈ, ਇਨਫਲੇਮੇਸ਼ਨ ਦਾ ਕਾਰਨ ਹੁੰਦਾ ਹੈ ਹਿਸਟਾਮਿਨ। ਸੋ ਜੇ ਆਪਾਂ ਐਂਟੀਹਿਸਟਾਮਿਨ ਦੇਤੀ ਤਾਂ ਇਨਫਲੇਮੇਸ਼ਨ ਨਹੀਂ ਹੋਏਗੀ। ਓਕੇ, ਨੈਕਸਟ ਇਜ਼ ਐਂਟੀਪਾਇਰੇਟਿਕਸ। ਇਹਦੇ ਵਿੱਚ ਕਿਹੜੀ ਕਿਹੜੀ ਮੈਡੀਸਿਨਸ ਆ ਜਾਂਦੀਆਂ ਨੇ, ਇਹਦੇ ਵਿੱਚ ਆਉਂਦੀ ਹੈ ਐਸਪਿਰਿਨ ਆ ਜਾਂਦੀ ਹੈ, ਕਰੋਸਿਨ ਆ ਜਾਂਦੀ ਹੈ। ਰਾਈਟ, ਸੋ ਇਹਦੇ ਨਾਲ ਕੀ ਆਂਦਾ ਹੈ, ਇਹਦੇ ਨਾਲ ਹੈ ਟੈਂਪਰੇਚਰ ਘੱਟ ਹੋ ਜਾਂਦਾ ਹੈ, ਟੈਂਪਰੇਚਰ ਹੈ ਲੋਅਰ ਡਾਊਨ ਕਰ ਦਿੰਦਾ। ਠੀਕ ਹੈ, ਨੈਕਸਟ ਇਜ਼ ਐਨਲਜੈਸਿਕਸ। ਉਹਦੇ ਨਾਲ ਕੀ ਹੁੰਦਾ ਹੈ, ਪੇਨ ਰਿਡਿਊਸ ਕਰਦਾ, ਰਿਡਿਊਸ ਪੇਨ। ਰਾਈਟ, ਸੋ ਇਹ ਮੈਡੀਸਿਨਸ ਕਿਹਦੇ ਵਿੱਚ ਨੇ, ਸਿੰਪਟਮ ਡਾਇਰੈਕਟਡ ਦੇ ਵਿੱਚ ਇਹ ਸਾਰੀਆਂ ਮੈਡੀਸਿਨਸ ਨੇ। ਰਾਈਟ, ਨੈਕਸਟ ਇਜ਼ ਕਿ ਇਹਨਾਂ ਡਰੱਗਸ ਦੇ ਥਰੂ ਕੁਝ ਸਿੰਪਟਮਸ ਦੇ ਵਿੱਚ ਰਿਲੀਫ ਆ ਸਕਦੀ ਹੈ, ਉਹਨਾਂ ਤੋਂ ਥੋੜਾ ਜਿਹਾ ਉਹਨਾਂ ਦਾ ਸਿੰਪਟਮਸ ਦਾ ਅਸਰ ਘਟ ਸਕਦਾ ਹੈ, ਬਟ ਪੂਰੀ ਤਰ੍ਹਾਂ ਬਿਮਾਰੀ ਠੀਕ ਨਹੀਂ ਹੁੰਦੀ। ਸੋ ਇਹ ਜਿਹੜਾ ਸਿੰਪਟਮਸ ਦਾ ਠੀਕ ਹੁੰਦਾ ਹੈ, ਠੀਕ ਹੋਣਾ ਹੁੰਦਾ ਹੈ, ਇਹ ਟੈਂਪਰੇਰੀ ਹੁੰਦਾ ਹੈ। Cure to symptoms is temporary। ठीक है, and short lived। so ਇਹ ਜਿਹੜੀ ਮੈਡੀਸਿਨਸ ਨੇ should be taken at regular intervals। right, so ਇਹ ਸਾਰੀ ਚੀਜ਼ ਹੈ symptom directed ਦੀ। ਕੀ ਹੁੰਦਾ ਇਹਦੇ ਵਿੱਚ, ਪੂਰੀ ਤਰ੍ਹਾਂ ਬਿਮਾਰੀ ਨਹੀਂ ਠੀਕ ਹੁੰਦੀ, ਸਿੰਪਟਮਸ ਨੂੰ ਆਪਾਂ ਘਟਾਉਣ ਦੀ ਕੋਸ਼ਿਸ਼, ਸਿੰਪਟਮਸ ਦਾ ਅਸਰ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਇਨਫਲੇਮੇਸ਼ਨ ਦੀ ਗੱਲ ਕੀਤੀ, ਉਹਦੇ ਵਿੱਚ ਫੀਵਰ, ਪੇਨ, ਸਨੀਜ਼ਿੰਗ, ਇਹ ਸਾਰੇ ਉਹਦੇ ਕਰੈਕਟਰਿਸਟਿਕਸ ਨੇ, ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਿਹੜੀ ਮੈਡੀਸਿਨਸ ਨਾਲ, ਤਿੰਨ ਤਰ੍ਹਾਂ ਦੀਆਂ ਮੈਡੀਸਿਨਸ ਹੋ ਗਿਆ, ਐਂਟੀਹਿਸਟਾਮਿਨ, ਐਂਟੀਪਾਇਰੇਟਿਕਸ ਐਂਡ ਐਨਲਜੈਸਿਕਸ। ਸੋ ਐਂਟੀਹਿਸਟਾਮਿਨ ਦੇ ਵਿੱਚ ਇਨਫਲੇਮੇਸ਼ਨ ਨੂੰ ਰੋਕਣ ਵਾਸਤੇ, ਇਨਫਲੇਮੇਸ਼ਨ ਕੌਣ ਪੈਦਾ ਕਰਦਾ, ਹਿਸਟਾਮਿਨ। ਹਿਸਟਾਮਿਨ ਜੇ ਆਪਾਂ ਉਹਨੂੰ ਰੋਕ ਦਾਂਗੇ ਤਾਂ ਇਨਫਲੇਮੇਸ਼ਨ ਨਹੀਂ ਹੋਏਗੀ। ਸੈਕੰਡ ਇਜ਼ ਐਂਟੀਪਾਇਰੇਟਿਕਸ, ਜਿਹਦੇ ਵਿੱਚ ਐਸਪਿਰਿਨ ਤੇ ਕਰੋਸਿਨ ਆਉਂਦੀਆਂ ਨੇ। ਉਹਦੇ ਨਾਲ ਕੀ ਹੁੰਦਾ ਕਿ ਤੁਹਾਡਾ ਬੋਡੀ ਟੈਂਪਰੇਚਰ ਜੋ ਮਤਲਬ ਤਪਿਆ ਪਿਆ ਬੁਖਾਰ ਹੋ ਗਿਆ, ਉਹਨੂੰ ਠੀਕ ਕਰਨ ਵਾਸਤੇ। ਨੈਕਸਟ ਇਜ਼ ਐਨਲਜੈਸਿਕਸ, ਜਿਹੜਾ ਕਿ ਪੇਨ ਘਟਾਉਣ ਵਾਸਤੇ। ਸੋ
ਇਹ ਸਾਰੀ ਚੀਜ਼ਾਂ ਕਰਨੀਆਂ, ਪਰ ਇਹ ਸਾਰੀ ਚੀਜ਼ਾਂ ਬਿਮਾਰੀ ਨੂੰ ਨਹੀਂ ਠੀਕ ਕਰਨਗੀਆਂ, ਉਹਦੇ ਸਿੰਪਟਮਸ ਨੂੰ ਠੀਕ ਕਰਨਗੀਆਂ। ਇਸ ਕਰਕੇ ਉਹਨਾਂ ਦਾ ਅਸਰ ਬਹੁਤੀ ਦੇਰ ਤੱਕ ਨਹੀਂ ਰਹਿੰਦਾ। ਸੋ ਉਹਨਾਂ ਨੂੰ ਰੈਗੂਲਰ ਇੰਟਰਵਲਸ ਤੇ, ਮਤਲਬ ਜਿਵੇਂ ਦਿਨ ਵਿੱਚ 3 ਵਾਰ ਖਾਣਾ ਖਾਣ ਤੋਂ ਬਾਅਦ ਜਾਂ ਖਾਣਾ ਖਾਣ ਤੋਂ ਪਹਿਲੇ, ਜਿਵੇਂ ਵੀ ਡਾਕਟਰ ਨੇ ਪ੍ਰਸਕ੍ਰਾਈਬ ਕੀਤਾ ਦੱਸਿਆ ਉਸ ਤਰੀਕੇ ਨਾਲ ਲੈਣੇ ਆ। ਐਂਡ ਇਹਨਾਂ ਨਾਲ ਪੱਕੇ ਤੌਰ ਤੇ ਪਰਮਾਨੈਂਟਲੀ ਬਿਮਾਰੀ ਠੀਕ ਨਹੀਂ ਹੁੰਦੀ। ਬਿਮਾਰੀ ਤਾਂ ਠੀਕ ਹੁੰਦੀ ਹੋਈ ਨਹੀਂ, ਸਿੰਪਟਮਸ ਵੀ ਪਰਮਾਨੈਂਟਲੀ ਠੀਕ ਨਹੀਂ ਹੁੰਦੇ, ਟੈਂਪਰੇਰੀਲੀ ਹੁੰਦੇ ਨੇ, ਕੁਝ ਦੇਰ ਲਈ ਹੁੰਦੇ ਨੇ, ਰਾਈਟ। ਹੁਣ ਆਪਾਂ ਆਉਂਦੇ ਹਾਂ ਪੈਥੋਜਨ ਡਾਇਰੈਕਟਡ ਤੇ। ਸੋ ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ this treatment is directed to kill the microbes with the help of certain chemicals. So microbes ਨੂੰ kill ਕਰਦੇ ਆ ਇਹਦੇ ਵਿੱਚ, kill microbes with chemicals. And different types of microbes ਜਿਨ੍ਹਾਂ ਦੇ different ਤੇ specific metabolic pathways ਹੁੰਦੇ ਨੇ, ਜਿਵੇਂ ਕਿ ਬੈਕਟੀਰੀਆ ਦਾ metabolic pathway ਹੋ ਗਿਆ, ਉਹ higher organisms ਨਾਲੋਂ ਅਲੱਗ ਹੋ ਸਕਦਾ ਹੈ। ਤੇ medicinal chemicals ਜਿਹੜੇ ਆ ਉਹ ਕੀ ਕਰਦੇ ਆ, ਇਹਨਾਂ pathways ਨੂੰ ਰੋਕਣ ਦੀ, ਬਲੌਕ ਕਰਨ ਦੀ ਕੋਸ਼ਿਸ਼ ਕਰਦੇ ਆ, ਤਾਂ ਕਿ ਉਹ ਕੀ ਕਰ ਸਕਣ, ਟੌਕਸਿਕ ਪ੍ਰੋਡਕਟਸ ਜਾਂ ਫਿਰ ਰੈਸਪੀਰੇਸ਼ਨ ਦੀ ਸਿੰਥੇਸਿਸ ਉਹਨੂੰ ਬਲੌਕ ਕਰ ਸਕਣ, ਉਹਨੂੰ ਇਨਹਿਬਿਟ ਕਰ ਸਕਣ, ਰੋਕ ਸਕਣ, ਤਾਂ ਕਿ એનર્ਜੀ ਜਿਹੜੀ ਪ੍ਰੋਡਿਊਸ ਹੋ ਰਹੀ ਹੈ ਉਹ ਘਟ ਜਾਵੇ। ਪਰ ਜਿਹੜੀ ਮੈਡੀਸਿਨਸ ਮੈਟਾਬੋਲਿਕ ਪਾਥਵੇਜ਼ ਨੂੰ ਬਲੌਕ ਕਰਨ ਵਾਸਤੇ ਯੂਜ਼ ਕੀਤੀਆਂ ਜਾਂਦੀਆਂ ਨੇ, ਬੈਕਟੀਰੀਆ ਦਾ ਮੈਟਾਬੋਲਿਕ ਪਾਥਵੇ ਬਲੌਕ ਕਰਨ ਵਾਸਤੇ, ਉਹ ਦੂਜੇ ਆਰਗੈਨਿਜ਼ਮਸ ਦਾ ਮੈਟਾਬੋਲਿਕ ਪਾਥਵੇ ਬਲੌਕ ਕਰਨ, ਇਹ ਜ਼ਰੂਰੀ ਨਹੀਂ ਹੈ। ਇਸ ਲਈ ਇਹ ਸਪੈਸੀਫਿਕ ਹੋ ਗਈਆਂ। ਸੋ ਇਹਦੇ ਵਿੱਚ ਕੀ ਹੈ, ਬਲੌਕ ਕੀ ਹੁੰਦਾ ਹੈ, ਪਾਥਵੇਜ਼ ਨੂੰ ਬਲੌਕ ਕਰ ਦਿੰਦੇ ਆ। ਪਾਥਵੇਜ਼ ਨੂੰ ਬਲੌਕ ਕਰ ਦਿੰਦੇ ਆ, ਕਿਹੜੇ ਪਾਥਵੇਜ਼ ਨੂੰ, ਮੈਟਾਬੋਲਿਕ ਪਾਥਵੇਜ਼ ਨੂੰ। ਕੀ ਯੂਜ਼ ਕਰਕੇ ਬਲੌਕ ਕਰਦੇ ਆ, ਕੌਣ ਬਲੌਕ ਕਰਦਾ ਹੈਗਾ, ਕੈਮੀਕਲਸ, ਠੀਕ ਹੈ। ਐਂਡ ਜਿਹੜੀ ਮੈਡੀਸਿਨਸ, ਜਿਵੇਂ ਸਪੋਜ਼ ਕਰੋ ਸਪੈਸੀਫਿਕ ਮੈਡੀਸਿਨਸ ਹੁੰਦੀਆਂ ਨੇ, ਜਿਹੜੀ ਇੱਕ ਬੈਕਟੀਰੀਆ ਦੇ ਮੈਟਾਬੋਲਿਕ ਪਾਥਵੇ ਨੂੰ ਬਲੌਕ ਕਰਤਾ, ਉਹ ਬਾਕੀ ਆਰਗੈਨਿਜ਼ਮਸ ਦੇ ਪਾਥਵੇ ਨੂੰ ਬਲੌਕ ਨਹੀਂ ਕਰੇਗਾ। ਸੋ ਮੈਡੀਸਿਨਸ ਆਰ ਸਪੈਸੀਫਿਕ। ਮੋਸਟ ਇੰਪੋਰਟੈਂਟ ਥੈਰਾਪਿਊਟਿਕ ਕੈਮੀਕਲਸ ਇਹਦੇ ਵਿੱਚ ਕੀ ਹੁੰਦੇ ਨੇ, ਐਂਟੀਬਾਇਓਟਿਕਸ। ਸੋ ਯਾ ਆਪਾਂ ਗੱਲ ਕਰ ਰਹੇ ਸੀਗੇ, ਮੋਸਟ ਇੰਪੋਰਟੈਂਟ ਥੈਰਾਪਿਊਟਿਕ ਕੈਮੀਕਲਸ ਜਿਹੜੇ ਨੇ ਉਹ ਨੇ ਐਂਟੀਬਾਇਓਟਿਕਸ। ਤੇ ਐਂਟੀਬਾਇਓਟਿਕਸ ਉਹ ਸਬਸਟੈਂਸਸ ਨੇ ਜਿਹੜੇ ਕਿ ਪ੍ਰਾਇਮਰੀਲੀ ਪ੍ਰੋਡਿਊਸ ਕੌਣ ਕਰਦਾ ਹੈ, ਯੂਜ਼ਫੁਲ ਮਾਈਕਰੋ ਆਰਗੈਨਿਜ਼ਮਸ। ਦੇਖੋ ਇੱਕ ਮਾਈਕਰੋ ਆਰਗੈਨਿਜ਼ਮਸ ਹੁੰਦੇ ਨੇ ਜਿਹੜੇ ਹਾਰਮ ਪਹੁੰਚਾਉਂਦੇ ਨੇ ਆਪਣੀ ਬੋਡੀਜ਼ ਨੂੰ, ਇੱਕ ਹੁੰਦੇ ਨੇ ਜਿਹੜੇ ਵਧੀਆ ਚੀਜ਼ਾਂ ਪ੍ਰੋਡਿਊਸ ਕਰਦੇ ਨੇ, ਜਿਹੜੀਆਂ ਐਜ਼ ਮੈਡੀਸਿਨਸ ਆਪਾਂ ਯੂਜ਼ ਕਰ ਸਕਦੇ ਹਾਂ ਆਪਣੇ ਆਪ ਨੂੰ ਟ੍ਰੀਟ ਕਰਨ ਵਾਸਤੇ। ਸੋ ਐਂਟੀਬਾਇਓਟਿਕਸ ਉਹ ਸਬਸਟੈਂਸਿਸ ਨੇ ਜਿਹੜੇ ਯੂਜ਼ਫੁਲ ਮਾਈਕਰੋ ਆਰਗੈਨਿਜ਼ਮਸ ਪ੍ਰਾਇਮਰੀਲੀ ਪਹਿਲੇ ਤੌਰ ਤੇ ਪ੍ਰੋਡਿਊਸ ਕਰਦੇ ਨੇ, ਪਰ ਉਹਦੀ ਕੰਸੈਂਟ੍ਰੇਸ਼ਨ ਜਿਹੜੀ ਹੈ ਲੋ ਹੁੰਦੀ ਹੈ, ਘੱਟ ਹੁੰਦੀ ਹੈ, ਤੇ ਉਹਨਾਂ ਦਾ ਐਂਟਾਗੋਨਿਸਟਿਕ ਇਫੈਕਟ ਹੁੰਦਾ ਹੈ ਕਿਹਦੇ ਅਗੇਂਸਟ, ਹਾਰਮਫੁਲ ਮਾਈਕਰੋ ਆਰਗੈਨਿਜ਼ਮਸ ਦੇ ਅਗੇਂਸਟ, ਯਾਨੀ ਕਿ ਉਹਨਾਂ ਦੀ ਗਰੋਥ ਨੂੰ ਰੋਕਦਾ ਹੈ। ਯੂਜ਼ਫੁਲ ਮਾਈਕਰੋ ਆਰਗੈਨਿਜ਼ਮਸ ਦੇ ਉਹ ਸਰਟੇਨ ਕੈਮੀਕਲਸ ਜਿਹੜੇ ਜਿਨ੍ਹਾਂ ਦੀ ਕਨਸੈਂਟ੍ਰੇਸ਼ਨ ਲੋ ਹੁੰਦੀ ਹੈ, ਉਹਨਾਂ ਨੂੰ ਐਂਟੀਬਾਇਓਟਿਕਸ ਕਹਿੰਦੇ ਨੇ। ਉਹ ਹਾਰਮਫੁਲ ਮਾਈਕਰੋ ਆਰਗੈਨਿਜ਼ਮਸ ਦੇ ਅਗੇਂਸਟ ਹੁੰਦੇ ਨੇ, ਉਹਨਾਂ ਦੀ ਗਰੋਥ ਦੇ ਅਗੇਂਸਟ ਹੁੰਦੇ ਨੇ, such as pathogenic bacteria ਜੋ ਇੱਕ ਮਾਈਕਰੋ ਆਰਗੈਨਿਜ਼ਮ ਹੈ ਹਾਰਮਫੁਲ। ਸੋ ਇਹ ਐਂਟੀਬਾਇਓਟਿਕਸ ਦੀ ਜਿਹੜੀ ਪ੍ਰੋਪਰਟੀ ਹੈ ਪੈਥੋਜੈਨਿਕ ਮਾਈਕਰੋ ਆਰਗੈਨਿਜ਼ਮਸ ਨੂੰ ਕਿਲ ਕਰਨ ਦੀ, ਇਸ ਨੂੰ ਐਂਟੀਬਾਇਓਸਿਸ ਕਹਿੰਦੇ ਨੇ। ਸੋ ਐਂਟੀਬਾਇਓਟਿਕਸ ਉਹ ਸਬਸਟੈਂਸਿਸ ਨੇ ਜੋ ਕਿ ਪ੍ਰਾਇਮਰੀਲੀ ਪ੍ਰੋਡਿਊਸ ਕੌਣ ਕਰਦਾ ਹੈ, so this is the short form of primary 1 degree, primarily produced
by useful microorganisms. Microorganisms ਦੀ short form MOs. पेपर शॉर्ट फॉर्म्स नहीं लिख के आनी है, नंबर नहीं मिलणगे। इट्स जस्ट फॉर योर नोट्स। नोट्स का मतलब कि शॉर्ट ਦੇ ਵਿੱਚ ਆਪਾਂ ਲਿਖ ਲਿਆ। ਇਹ ਲੋ ਕੰਸੈਂਟ੍ਰੇਸ਼ਨ ਦੇ ਵਿੱਚ ਹੁੰਦੇ ਨੇ। ਸੋ ਇੱਕ ਕੰਸੈਂਟ੍ਰੇਸ਼ਨ ਦੀ ਫੁੱਲ ਫਾਰਮ ਹੈ CONC raised to power n। okay, and these are antagonistic to growth of harmful microorganisms। okay, harmful microorganisms ਦੀ एग्जांपल ਕੀ ਹੋ ਸਕਦੀ ਹੈ? ਕੋਈ ਵੀ ਪੈਥੋਜੈਨਿਕ ਬੈਕਟੀਰੀਆ ਜੋ ਪਿੱਛੇ ਡਿਜ਼ੀਜ਼ਸ ਦੇ ਵਿੱਚ ਪੜ ਕੇ ਆਇਆ ਉਹਨਾਂ ਚੋਂ ਲਿਖ ਸਕਦੇ ਹੋ ਸਪੈਸੀਫਿਕ ਐਗਜ਼ਾਮਪਲ। ਸੋ ਇਹ ਪ੍ਰੋਪਰਟੀ ਐਂਟੀਬਾਇਓਟਿਕਸ ਦੀ ਜਿਹੜੀ ਜਿਹਦੇ ਨਾਲ ਮਾਈਕਰੋ ਆਰਗੈਨਿਜ਼ਮਸ ਨੂੰ ਕਿਲ ਕਰ ਸਕਦੇ ਆ ਉਹ, ਉਸ ਪ੍ਰੋਸੈਸ ਨੂੰ ਕਹਿੰਦੇ ਨੇ ਐਂਟੀਬਾਇਓਸਿਸ। ਰਾਈਟ। ਸੋ ਇਹ ਕੀ ਹੈ? ਪ੍ਰੋਪਰਟੀ ਆਫ ਐਂਟੀਬਾਇਓਟਿਕਸ to kill pathogenic microorganisms। Medicinally important antibiotics ਦਾ quick ਤੇ broad spectrum therapeutic effects ਨੇ, ਪਰ ਉਹਨਾਂ ਦੇ ਕੁਝ side effects ਵੀ ਨੇ। ਜੇ ਉਹਨਾਂ ਦੇ ਕੁਝ ਚੰਗੇ effects ਨੇ antibiotics ਦੇ, ਤਾਂ ਨਾਲ ਨਾਲ ਉਹਨਾਂ ਦੇ ਕੁਝ side effects ਵੀ ਨੇ। ਤੇ ਕੁਝ medicinally important antibiotics ਦੀ ਆਪਾਂ examples ਲਿਖਾਂਗੇ। ਆਪਾਂ antibiotics ਦੀਆਂ, ਜਿਵੇਂ ਕਿ penicillin ਹੋ ਗਈ। ਸੋ ਇਹ ਫਸਟ ਡਿਸਕਵਰ ਕੀਤੀ ਸੀ ਅਲੈਗਜ਼ੈਂਡਰ ਫਲੈਮਿੰਗ ਨੇ। ਕਿਹਨੇ ਕੀਤੀ ਸੀ? ਅਲੈਗਜ਼ੈਂਡਰ ਫਲੈਮਿੰਗ। ਦੈਨ ਹੋਰ ਵੀ ਐਂਟੀਬਾਇਓਟਿਕਸ ਆ ਜਾਂਦੀਆਂ ਨੇ, ਜਿਵੇਂ ਕਿ ਔਰੀਓਮਾਈਸਿਨ ਹੋ ਗਈ, ਐਰੀਥਰੋਮਾਈਸਿਨ ਹੋ ਗਈ, ਨਿਓਮਾਈਸਿਨ ਹੋ ਗਈ, स्ट्रेप्टोमाइसिन, टेरामाइसिन, या फिर क्लोरोमाइसिटिन। ठीक है, ये एग्जांपल्स ने किनिया एग्जांपल्स ने एंटीबायोटिक्स दिया। राइट। हर एक एंटीबायोटिक दा एक किसी स्पेसिफिक मेटाबॉलिक पाथवे दे किसी खास मेटाबॉलिक पाथवे दे किसी खास स्टेप ਨੂੰ ਬਲੌਕ ਕਰਦੀਆਂ ਨੇ ਐਂਟੀਬਾਇਓਟਿਕਸ ਜਿਹੜੀਆਂ ਨੇ, ਤੇ ਉਹ ਸਾਰੇ ਮਾਈਕਰੋਬਸ ਦੇ ਅਗੇਂਸਟ ਐਕਟਿਵ ਇਫੈਕਟਿਵ ਜਿਹੜੀਆਂ ਨੇ ਹੁੰਦੀਆਂ ਨੇ, ਕੁਝ ਐਸੀਆਂ ਹੁੰਦੀਆਂ ਨੇ which have similar biochemical mechanisms, ਜਿਨ੍ਹਾਂ ਦੇ ਮੈਕੈਨਿਜ਼ਮ, ਜਿਨ੍ਹਾਂ ਦੇ ਸਿੰਥੇਸਿਸ ਦੇ ਪ੍ਰੋਸੈਸ ਮੈਟਾਬੋਲਿਕ ਪਾਥਵੇਜ਼ ਦੇ ਵਿੱਚ ਕੁਝ ਨਾ ਕੁਝ ਸਿਮਿਲੈਰਿਟੀਜ਼ ਹੁੰਦੀਆਂ ਨੇ, ਥੋੜੇ ਬਹੁਤ ਇੱਕੋ ਜਿਹੇ ਹੁੰਦੇ ਨੇ, ਜਿਹੜੇ ਪਾਥਵੇਜ਼ ਅਲੱਗ-ਅਲੱਗ ਬਿਮਾਰੀਆਂ ਦੇ ਉਹਨਾਂ ਪਾਥਵੇਜ਼ ਨੂੰ ਕੋਈ ਸੇਮ ਐਂਟੀਬਾਇਓਟਿਕਸ ਵੀ ਬਲੌਕ ਕਰ ਸਕਦੀਆਂ ਨੇ। ਤੇ ਸਾਰੇ ਪੂਰੇ ਦੇ ਪੂਰੇ ਪਾਥਵੇ ਨੂੰ ਬਲੌਕ ਨਹੀਂ ਕਰਦੀਆਂ, ਕਿਸੇ ਇੱਕ ਖਾਸ ਸਟੈਪ ਨੂੰ ਬਲੌਕ ਕਰਦੀਆਂ ਨੇ, ਜਿਹਦੇ ਨਾਲ ਕਿ ਉਹ ਪੂਰਾ ਦਾ ਪੂਰਾ ਪ੍ਰੋਸੈਸ ਆਪਣੇ ਆਪ ਹੀ ਸਟਾਪ ਹੋ ਜਾਵੇ, ਬਲੌਕ ਹੋ ਜਾਵੇ। ਸੋ ਨੈਕਸਟ ਇਜ਼ ਕਿ ਇਹੀ ਇੱਕ ਖਾਸ ਰੀਜ਼ਨ ਹੈ ਕਿ ਮੋਸਟ ਐਂਟੀਬਾਇਓਟਿਕਸ ਜਿਹੜੀਆਂ ਨੇ ਉਹ ਕਾਫੀ ਸਾਰੇ ਬੈਕਟੀਰੀਆ ਦੇ ਸਪੀਸ਼ੀਜ਼ ਦੇ ਅਗੇਂਸਟ ਵਰਕ ਕਰਦੀਆਂ ਨੇ, ਜਿਨ੍ਹਾਂ ਦੇ ਸਿਮਿਲਰ ਮੈਟਾਬੋਲਿਕ ਪਾਥਵੇਜ਼ ਹੁੰਦੇ ਨੇ, ਰੈਦਰ ਦੈਨ ਕਿਸੇ ਇੱਕ ਦੇ ਅਗੇਂਸਟ ਕੰਮ ਕਰਨ ਨਾਲੋਂ। ਸੋ ਜਿਹੜੀਆਂ ਐਂਟੀਬਾਇਓਟਿਕਸ
ਸਿਰਫ ਇੱਕ ਬਿਮਾਰੀ ਦੇ ਅਗੇਂਸਟ ਐਕਟ ਨਹੀਂ ਕਰਦੀਆਂ, ਬਹੁਤ ਸਾਰੀ ਬਿਮਾਰੀਆਂ ਦੇ ਅਗੇਂਸਟ ਐਕਟ ਕਰਦੀਆਂ ਨੇ। ਉਹਨਾਂ ਨੂੰ ਬ੍ਰੌਡ ਸਪੈਕਟਰਮ ਐਂਟੀਬਾਇਓਟਿਕਸ ਕਿਹਾ ਜਾਂਦਾ ਹੈ। ਸੋ ਇੱਕ ਬ੍ਰੌਡ ਸਪੈਕਟਰਮ ਐਂਟੀਬਾਇਓਟਿਕ ਹੈ ਪੈਨਿਸਿਲਿਨ, ਜਿਹਦੀ ਆਪਾਂ ਹੁਣੇ ਉੱਪਰ ਗੱਲ ਕਰਕੇ ਆਏ ਆ। ਪੈਨਿਸਿਲਿਨ ਹੈ ਇਹ ਬ੍ਰੌਡ ਸਪੈਕਟਰਮ ਐਂਟੀਬਾਇਓਟਿਕ, ਤੇ ਇਹ ਕੀ ਕਰਦੀ ਹੈ, ਬਹੁਤ ਸਾਰੇ ਬੈਕਟੀਰੀਅਲ ਪੈਥੋਜਨਸ ਦੀ ਗਰੋਥ ਨੂੰ ਬਲੌਕ ਇਨਹਿਬਿਟ ਕਰਦੀ ਹੈ, ਕਿਉਂਕਿ ਉਹ ਉਹਨਾਂ ਦੇ ਮੈਟਾਬੋਲਿਕ ਪ੍ਰੋਸੈਸਸ ਨੂੰ ਬਲੌਕ ਕਰਕੇ ਸੈਲ ਵਾਲ, ਬੈਕਟੀਰੀਆ ਦੀ ਸੈਲ ਵਾਲ ਦੇ ਵਿੱਚ, ਜਿਹੜੇ ਬੈਕਟੀਰੀਆ ਦੀ ਸੈਲ ਵਾਲ ਬਿਲਡ ਕਰਨ ਦੇ ਵਿੱਚ ਹੈਲਪ ਕਰਦੇ ਨੇ ਮੈਟਾਬੋਲਿਕ ਪ੍ਰੋਸੈਸਸ, ਉਹਨਾਂ ਨੂੰ ਬਲੌਕ ਕਰਕੇ ਹੈਲਪ ਕਰਦੀ ਹੈ। ਪਰ ਇਹ ਬਹੁਤ ਜ਼ਿਆਦਾ ਇਫੈਕਟਿਵ ਨਹੀਂ ਹੁੰਦੀਆਂ ਹਿਊਮਨ ਸੈਲਸ ਦੇ ਉੱਤੇ, ਕਿਉਂਕਿ ਹਿਊਮਨ ਸੈਲਸ ਦੇ ਵਿੱਚ ਸੈਲ ਵਾਲ, ਕਿਉਂਕਿ ਉਹਨਾਂ ਦੀ ਸੈਲ ਵਾਲ ਨਹੀਂ ਹੁੰਦੀ। ਬਟ ਦੇ ਐਂਟੀਬਾਇਓਟਿਕਸ ਜਿਹੜੀਆਂ ਕਿ ਬੈਕਟੀਰੀਅਲ ਡਿਜ਼ੀਜ਼ ਨੂੰ ਟ੍ਰੀਟ ਕਰਨ ਵਾਸਤੇ ਯੂਜ਼ ਕੀਤੀਆਂ ਜਾਂਦੀਆਂ ਨੇ, ਉਹ ਵਾਇਰਲ ਇਨਫੈਕਸ਼ਨਸ ਦੇ ਅਗੇਂਸਟ ਯੂਜ਼ਫੁਲ ਨਹੀਂ ਹੋ ਸਕਦੀਆਂ। ਸੋ ਐਂਟੀਬਾਇਓਟਿਕਸ ਮੇਨਲੀ ਬੈਕਟੀਰੀਅਲ ਡਿਜ਼ੀਜ਼ਸ ਦੇ ਅਗੇਂਸਟ ਹੁੰਦੀਆਂ ਨੇ। ਸੋ ਇਹ ਪੁਆਇੰਟ ਇੱਥੇ ਨੋਟ ਕੀਤਾ ਜਾ ਸਕਦਾ ਹੈ, ਅਗੇਂਸਟ ਬੈਕਟੀਰੀਅਲ ਡਿਜ਼ੀਜ਼ਸ। ਬੈਕਟੀਰੀਅਲ ਡਿਜ਼ੀਜ਼ਸ ਦੇ ਅਗੇਂਸਟ ਹੁੰਦੀਆਂ ਨੇ। ਅਗਰ ਕੋਈ ਵਾਇਰਲ ਇਨਫੈਕਸ਼ਨ ਹੋਵੇ ਤਾਂ ਉਹਨਾਂ ਦੇ ਅਗੇਂਸਟ ਐਂਟੀਬਾਇਓਟਿਕਸ ਕੰਮ ਨਹੀਂ ਕਰਨਗੀਆਂ। ਇਹ ਕਿਉਂ ਹੁੰਦਾ ਹੈ? ਕਿਉਂਕਿ ਜਿਹੜੇ ਵਾਇਰਸਿਸ ਨੇ ਉਹਨਾਂ ਦਾ ਬਾਇਓਕੈਮੀਕਲ ਪਾਥਵੇ ਕਾਫੀ ਡਿਫਰੈਂਟ, ਕਾਫੀ ਅਲੱਗ ਹੁੰਦਾ ਹੈ ਬੈਕਟੀਰੀਆ ਦੇ ਨਾਲੋਂ। ਤੇ ਸੈਕੰਡਲੀ ਵਾਇਰਸਿਸ ਜਿਹੜੇ ਆ ਉਹ ਆਰਟੀਫਿਸ਼ੀਅਲ ਐਨਵਾਇਰਨਮੈਂਟ ਦੇ ਵਿੱਚ, ਮਤਲਬ ਕੁਝ ਖਾਸ ਐਨਵਾਇਰਨਮੈਂਟ ਜਿਹੜਾ ਲੈਬ ਦੇ ਵਿੱਚ ਉਹਨਾਂ ਦੀ ਗਰੋਥ ਵਾਸਤੇ ਬਣਾਇਆ ਗਿਆ, ਉਹਦੇ ਵਿੱਚ ਵਾਇਰਸਿਸ ਗਰੋ ਨਹੀਂ ਕਰਦੇ, ਜਦਕਿ ਬੈਕਟੀਰੀਆ ਲੈਬ ਦੇ ਵਿੱਚ ਆਪਾਂ ਗਰੋ ਕਰ ਸਕਦੇ ਹਾਂ। ਸੋ ਤੁਸੀਂ ਇੱਕ ਇੱਥੇ ਕੁਐਸਚਨ ਪਾ ਸਕਦੇ ਹੋ, ਇੱਥੇ ਕੁਐਸਚਨ ਆ ਸਕਦਾ ਕਿ ਵਾਈ antibiotics are not effective against viral infections? ਜਿਸਦਾ ਆਨਸਰ ਹੈ 2 points ਆਨਸਰ ਹੈ ਕਿ ਇੱਕ ਤਾਂ ਉਹਨਾਂ ਦੇ ਬਾਇਓਕੈਮੀਕਲ ਪਾਥਵੇਜ਼ ਡਿਫਰੈਂਟ ਹੁੰਦੇ ਨੇ ਵਾਇਰਸਿਸ ਦੇ, ਕਿਹਦੇ ਨਾਲੋਂ? ਬੈਕਟੀਰੀਆ ਨਾਲੋਂ। ਓਕੇ, ਐਂਡ ਸੈਕੰਡਲੀ they can't be grown in artificial media. So grown ਦੀ ਜਗ੍ਹਾ cultured is the best word. ਆਰਟੀਫਿਸ਼ੀਅਲ ਮੀਡੀਆ ਦੇ ਵਿੱਚ ਇਹਨਾਂ ਨੂੰ ਲੈਬ ਦੇ ਵਿੱਚ ਗਰੋ ਨਹੀਂ ਕੀਤਾ ਜਾ ਸਕਦਾ, ਕਲਚਰ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਬੈਕਟੀਰੀਆ ਨੂੰ ਕੀਤਾ ਜਾ ਸਕਦਾ। ਸੋ ਇਹ ਦੋ ਮੇਨ ਰੀਜ਼ਨ ਨੇ। ਵਾਇਰਸਿਸ ਦੇ ਆਪਣੇ ਬਾਇਓਕੈਮੀਕਲ ਰਿਐਕਸ਼ਨਸ ਬਹੁਤ ਘੱਟ ਹੁੰਦੇ ਨੇ, ਤੇ ਉਹ ਸਿਰਫ ਹੋਸਟ ਸੈਲ ਦੇ ਵਿੱਚ ਹੀ ਸਰਵਾਈਵ ਕਰ ਪਾਉਂਦੇ ਨੇ। ਉਹਨਾਂ ਦੀ ਜਿਹੜੀ ਮਸ਼ੀਨਰੀ ਹੈ, ਉਹਨਾਂ ਨੂੰ ਕੋਈ ਹੋਸਟ ਚਾਹੀਦਾ ਜਿਹਦੇ ਵਿੱਚ ਉਹ ਆਪਣੀ ਜ਼ਿੰਦਗੀ ਕੱਟ ਸਕਣ, ਕਹਿ ਲਓ। ਠੀਕ ਹੈ ਜੀ। ਸੋ ਇੱਕ ਹੋਰ ਰੀਜ਼ਨ ਆਪਾਂ ਇੱਥੇ ਲਿਖ ਸਕਦੇ ਹਾਂ ਕਿ they can survive only within specific host cells. ਠੀਕ ਹੈ। ਸੋ ਸਪੈਸੀਫਿਕ ਹੋਸਟ ਸੈਲਸ ਦੇ ਵਿੱਚ ਇਹ ਸਰਵਾਈਵ ਕਰ ਸਕਦੇ ਨੇ, ਜਿੰਦਾ ਰਹਿ ਸਕਦੇ ਨੇ। ਤਾਂ ਇਹ ਹੋਸਟ ਦੇ ਰॉ ਮਟੀਰੀਅਲਸ, ਹੋਸਟ ਯਾਨੀ ਕਿ ਵਾਇਰਸ ਜਿਹੜਾ ਹੈ, ਸਪੋਜ਼ ਹਿਊਮਨ ਬੋਡੀ ਦੇ ਵਿੱਚ ਚਲਾ ਗਿਆ, ਹਿਊਮਨ ਬੋਡੀ ਦੇ ਵਿੱਚ ਹੀ ਉਹ ਜਾ ਕੇ ਆਪਣੀ ਜਿੰਦਾ ਰਹਿ ਸਕਦਾ ਹੈ। ਅਗਰ ਉਹ ਹਿਊਮਨ ਬੋਡੀ ਤੋਂ ਬਾਹਰ ਬਹੁਤੀ ਦੇਰ ਰਹੇਗਾ ਤਾਂ ਉਹ ਜਿੰਦਾ ਨਹੀਂ ਰਹਿ ਪਾਏਗਾ। ਸੋ
ਇਸ ਲਈ ਜਿਹੜਾ ਵਾਇਰਸ ਹੈ ਉਹ ਛੇਤੀ ਛੇਤੀ ਕਿਉਂ ਫੈਲਦਾ ਹੈ, ਕਿਉਂ ਇਨਫੈਕਸ਼ੀਅਸ ਜ਼ਿਆਦਾ ਹੁੰਦਾ ਹੈ ਕਿ ਉਹ ਇੱਕ ਦੂਜੇ ਤੋਂ ਫੈਲ ਕੇ ਉਹ ਆਪਣੇ ਹੋਸਟ ਦੇ ਅੰਦਰ ਜਾ ਕੇ ਹਿਊਮਨ ਬੋਡੀ ਦੇ ਅੰਦਰ ਜਾ ਕੇ ਮਲਟੀਪਲਾਈ ਕਰਦਾ ਹੈ, ਜਾਂ ਫਿਰ ਜ਼ਰੂਰੀ ਨਹੀਂ ਹਿਊਮਨ ਬੋਡੀ ਹੀ ਉਹਦਾ ਹੋਸਟ ਹੋਵੇ, ਹੋਰ ਹੋਰ ਜਿਵੇਂ ਐਨੀਮਲਸ ਜਾਂ ਇਨਸੈਕਟਸ ਕਹਿ ਲਓ ਉਹ ਵੀ ਹੋਸਟ ਹੋ ਸਕਦੇ ਨੇ, ਬਟ ਮੇਨਲੀ ਹਿਊਮਨ ਬੋਡੀਜ਼ ਆਰ ਦਾ ਹੋਸਟ ਫॉर ਵਾਇਰਸਿਸ। ਸੋ ਇਹ ਹੋਸਟ ਦੇ ਵਾਇਰਸਿਸ ਜਿਹੜੇ ਨੇ ਹੋਸਟ ਦੇ ਰॉ ਮਟੀਰੀਅਲ ਨੂੰ ਯੂਜ਼ ਕਰਦੇ ਨੇ, ਉਹਨਾਂ ਦੀ ਮਸ਼ੀਨਰੀ ਨੂੰ ਯੂਜ਼ ਕਰਦੇ ਨੇ ਤੇ ਮਲਟੀਪਲਾਈ ਹੁੰਦੇ ਨੇ, ਯਾਨੀ ਕਿ ਆਪਣੀ ਗਿਣਤੀ ਵਧਾਉਂਦੇ ਨੇ। ਸੋ ਐਂਟੀਬਾਇਓਟਿਕਸ ਜਿਹੜੀਆਂ ਨੇ ਉਹ ਵਾਇਰਲ ਇਨਫੈਕਸ਼ਨਸ ਨੂੰ ਟ੍ਰੀਟ ਕਰਨ ਵਾਸਤੇ ਯੂਜ਼ ਨਹੀਂ ਕੀਤੀਆਂ ਜਾ ਸਕਦੀਆਂ, ਜਿਵੇਂ ਕਿ ਇਨਫਲੂਐਂਜ਼ਾ। ਸੋ ਇਹ ਰੀਜ਼ਨ ਹੈ ਕਿ ਐਂਟੀਵਾਇਰਲ ਮੈਡੀਸਿਨਸ ਬਣਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਐਂਟੀਬੈਕਟੀਰੀਅਲ ਮੈਡੀਸਿਨਸ ਬਣਾਉਣ ਨਾਲੋਂ। ਓਕੇ, ਬਟ ਰੀਸੈਂਟਲੀ ਜਿਹੜੀਆਂ ਨੇ ਇਹ ਐਡਵਾਂਸਿਸ, ਇਹ ਡਿਵੈਲਪਮੈਂਟਸ ਹੋਈਆਂ ਨੇ ਕਿ ਐਂਟੀਵਾਇਰਲ ਵੈਕਸੀਨ ਬਣਾਈਆਂ ਜਾ ਸਕੀਆਂ ਨੇ, ਵਾਇਰਸ ਦੇ ਅਗੇਂਸਟ ਵੈਕਸੀਨ ਬਣਾਈਆਂ ਜਾ ਸਕੀਆਂ ਨੇ, ਜਿਵੇਂ ਕਿ ਮੀਜ਼ਲਸ, ਮਮਸ, ਰੂਬੈਲਾ, ਪੋਲੀਓ, ਹੈਪੇਟਾਈਟਿਸ, ਇਹਦੇ ਅਗੇਂਸਟ ਵਾਇਰਲ ਐਂਟੀਵਾਇਰਲ ਵੈਕਸੀਨਸ। ਸਰਟੇਨ ਐਂਟੀ ਰੈਟਰੋਵਾਇਰਲ ਡਰੱਗਸ ਜਿਵੇਂ ਕਿ ਐਜ਼ੀਡੋਥਾਈਮਿਡੀਨ, ਲੈਮੀਵੁਡੀਨ, ਨਵੀਰਾਪਾਈਨ, ਪ੍ਰੋਟੀਏਜ਼ ਇਨਹਿਬਿਟਰਸ, ਇਹ ਜਿਹੜੀਆਂ ਐਂਟੀ ਰੈਟਰੋਵਾਇਰਲ ਇੱਕ ਰੈਟਰੋਵਾਇਰਸ ਹੁੰਦਾ ਹੈ, ਸੋ ਉਹਦੇ ਅਗੇਂਸਟ ਐਂਟੀ ਰੈਟਰੋਵਾਇਰਲ ਡਰੱਗਸ, ਇਹ ਸਾਰੀਆਂ ਜੋ ਹੁਣੇ ਨਾਮ ਲਿਆ ਇਹ ਬਣਾਈਆਂ ਜਾ ਸਕੀਆਂ ਨੇ। ਪਰ ਇਹ ਕਾਹਦੇ ਵਾਸਤੇ ਨੇ? HIV ਇਨਫੈਕਸ਼ਨ ਨੂੰ ਕੰਟਰੋਲ ਦੇ ਵਿੱਚ ਰੱਖਣ ਵਾਸਤੇ ਨੇ। ਆਲਰਾਈਟ, ਸੋ ਆਈ ਥਿੰਕ ਇਹ ਪ੍ਰੋਫਾਈਲੈਕਸਿਸ ਦਾ ਟੌਪਿਕ ਇੱਥੇ ਖਤਮ ਹੁੰਦਾ ਹੈ ਐਂਡ ਆਪਾਂ ਇੱਥੇ ਖਤਮ ਕਰਾਂਗੇ। ਯੂ ਕੈਨ ਰਾਈਟ antiretroviral drugs. Antiretroviral drugs ਕਿਹੜੀਆਂ ਨੇ? ਰੈਟਰੋਵਾਇਰਸ HIV ਵਾਲਾ ਆਪਾਂ ਪਿੱਛੇ ਇਨਫੈਕਸ਼ਨ ਪੜਿਆ ਸੀਗਾ, ਨੇਹਾ ਤੇ ਹਰਲੀਨ, ਤੁਹਾਨੂੰ ਜੇ ਯਾਦ ਹੋਵੇ ਤਾਂ। ਸੋ HIV ਦੇ ਵਿੱਚ ਰੈਟਰੋਵਾਇਰਸ ਹੁੰਦਾ ਹੈ, ਉਸ ਇਨਫੈਕਸ਼ਨ ਨੂੰ ਕੰਟਰੋਲ ਦੇ ਵਿੱਚ ਰੱਖਣ ਵਾਸਤੇ ਐਂਟੀ ਰੈਟਰੋਵਾਇਰਲ ਡਰੱਗਸ ਹੁੰਦੀਆਂ ਨੇ। ਸੋ ਐਂਟੀ ਰੈਟਰੋਵਾਇਰਲ ਡਰੱਗਸ ਦੀ ਜੋ ਐਗਜ਼ਾਮਪਲਸ ਨੇ ਉਹ ਹੈ ਐਜ਼ੀਡੋਥਾਈਮਿਡੀਨ, ਲੈਮੀਵੁਡੀਨ, ਨਵੀਰਾਪਾਈਨ, protease inhibitors। ਸੋ ਇਹ ਕੁਝ ਡਰੱਗਸ ਨੇ ਜਿਹੜੀਆਂ ਕਿ HIV ਇਨਫੈਕਸ਼ਨ ਨੂੰ ਅੰਡਰ ਕੰਟਰੋਲ ਰੱਖਣ ਵਾਸਤੇ ਹੈਲਪ ਕਰ ਸਕਦੀਆਂ ਨੇ। ਆਲਰਾਈਟ, ਸੋ ਇਹ ਸ਼ਾਰਟ ਨੋਟਸ ਚਾਹੇ ਬੁੱਕ ਚੋਂ ਵੀ ਉਹੀ ਕੁਛ ਹੈ ਆਪਾਂ ਜੋ ਸਾਰਾ ਕੁਝ ਪੜਿਆ, ਬਟ ਸ਼ਾਰਟ ਨੋਟਸ ਦਾ ਇਹ ਫਾਇਦਾ ਕਿ ਤੁਸੀਂ ਕੁਇਕਲੀ ਇੱਕ ਆਰਗੇਨਾਈਜ਼ਡ ਵੇ ਦੇ ਵਿੱਚ ਪੜ ਸਕਦੇ ਹੋ, ਤਾਂ ਕਿ ਤੁਹਾਨੂੰ ਫਟਾਫਟ ਜੇ ਤੁਸੀਂ ਇੱਕ ਰੀਡਿੰਗ ਲੈਣੀ ਹੋਵੇ ਤਾਂ ਤੁਹਾਨੂੰ ਇੱਕ ਪੇਜ ਪੜਨ ਤੇ 15-20 ਮਿੰਟ ਲੱਗ ਜਾਣਗੇ, ਬਟ ਨੋਟਸ ਤੋਂ ਤੁਸੀਂ 5 ਮਿੰਟਸ ਦੇ ਅੰਦਰ ਤੁਸੀਂ ਰਿਵਾਈਜ਼ ਕਰ ਸਕਦੇ ਹੋ ਕਿ ਕੀ ਇਸ ਟੌਪਿਕ ਦੇ ਅੰਡਰ ਸੀਗਾ, ਰਾਈਟ। ਸੋ ਬਸ ਆਪਾਂ ਨੈਕਸਟ ਟੌਪਿਕ ਕੱਲ ਨੂੰ ਸ਼ੁਰੂ ਕਰਾਂਗੇ, ਜਿਹੜਾ ਹੈਗਾ ਜਿਹਦੇ ਵਿੱਚ ਆਪਾਂ ਕਾਮਨ ਇਨਫੈਕਸ਼ੀਅਸ ਡਿਜ਼ੀਜ਼ਸ ਦੇ ਬਾਰੇ ਡਿਟੇਲ ਦੇ ਵਿੱਚ ਪੜਾਂਗੇ ਥੋੜਾ ਜਿਹਾ। ਓਕੇ।